ਮੇਰਾ ਇੱਕ ਦੋਸਤ ਹੁੰਦਾ ਸੀ ਕਿਸੇ ਪਹਾੜੀ ਇਲਾਕੇ ਦੇ ਵਿੱਚ, ਤੇ ਉੱਥੇ ਉਹ ਡਹਿ ਗਿਆ ਪਹਾੜੀ ਦੇ ਉੱਤੋਂ ਡੱਠਾ, ਤੇ ਡਹਿ ਕੇ ਤੇ ਉਹ ਕਾਫੀ ਸਾਰਾ ਥੱਲੇ ਚਲਾ ਗਿਆ। ਤੇ ਜਦੋਂ ਕਾਫੀ ਥੱਲੇ ਚਲਾ ਗਿਆ ਤੇ ਜ਼ਾਹਰੀ ਗੱਲ ਏ ਚੋਟਾਂ ਛੋਟਾਂ ਵੀ ਤੇ ਲੱਗੀਆਂ ਹੀ ਉਸ ਸਨ, ਇਹ ਤਾਂ ਹੋ ਹੀ ਨਹੀਂ ਸਕਦਾ ਕਿ ਚੋਟਾਂ ਨਾ ਲੱਗੀਆਂ ਹੋਵਣ। ਉਹ ਥੱਲੇ ਜਾ ਰਿਹਾ ਤੇ ਉਹਦਾ ਥੋੜਾ ਜਿਹਾ ਹੋਸ਼ ਬਾਖਤਾ ਹੋ ਗਿਆ, ਉਹਦੇ ਆਪਣੇ ਹੋਸ਼ ਫਿਰ ਗਏ। ਖੈਰ ਜਿਹੜੇ ਉਹਦੇ ਨਾਲ ਹੋਰ ਲੋਕ ਗਏ ਹਨ ਉਹਨਾਂ ਹਾਲ ਪਾ ਦਿੱਤੀ ਵੀ ਬੰਦਾ ਸਾਡਾ ਡਹਿ ਕੇ ਮਰ ਗਿਆ ਵੇ। ਉਹਨਾਂ ਜਲਦੀ ਜਲਦੀ ਚੁੱਕਿਆ, ਚੁੱਕ ਕੇ ਤੇ ਉਹਨਾਂ ਪੁੱਛਿਆ ਗੁੱਛਿਆ, ਹਾਂ ਬੱਚਿਆਂ, ਉਹ ਕਹਿੰਦਾ ਤੱਤੇ ਤਾਂ ਤੇ ਉਹ ਆਖਦੇ ਜੀ ਮੈਂ ਬੱਚਿਆਂ ਹਾਂ, ਲੇਕਿਨ ਅਸਲ ਦੇ ਵਿੱਚ ਉਹ ਬੱਚਿਆ ਕੋਈ ਨਹੀਂ ਹਕੀਕਤ ਦੇ ਮੁਤਾਬਿਕ। ਹੁਣ ਗੱਲ ਇੱਥੇ ਅੱਗੇ ਬੜੀ ਮਜ਼ੇ ਦੀ, ਉੱਥੇ ਨਜ਼ਦੀਕ ਘਰ ਕੋਈ ਨਹੀਂ, ਉਹ ਇੱਕ ਅੱਧਾ ਘਰ ਆਈ ਔਰ ਉਹਨਾਂ ਨੂੰ ਉੱਥੇ ਹਫਤਾ ਹੋ ਗਿਆ ਗਿਆ ਹੋਇਆ, ਔਰ ਉਸ ਘਰ ਦੇ ਵਿੱਚ ਇੱਕ ਬੁੱਢਾ ਜ਼ਈਫ ਬਾਬਾ ਰਹਿੰਦਾ ਹੀ, ਪਹਾੜਾਂ ਤੇ ਘਰ ਆਈ, ਔਰ ਉਸ ਬਾਬੇ ਦੀ ਇੱਕ ਬੱਚੀ ਗਈ, ਬੜੀ ਮਾਸੂਮ ਔਰ ਸ਼ਰੀਫ ਬੱਚੀ ਬਕੌਲ ਉਸਦੇ। ਤੇ ਇਹ ਜਿਹੜਿਆਂ ਨੇ ਸਾਰੇ ਉਸ ਬੱਚੀ ਤੇ ਠਰਕ ਜੜਦੇ ਆ। ਮਤਲਬ ਇਹ ਜਿਵੇਂ ਇੱਕ ਇਨਸਾਨ ਦੀ ਫਿਤਰਤ ਹੁੰਦੀ ਹੈ ਕਿ ਕੋਈ ਬਣੇ ਨਾ ਬਣੇ, ਕੋਈ ਗੱਲ ਅੱਗੋਂ ਅਗਲਾ ਸੁਣੇ ਜਾਂ ਨਾ ਸੁਣੇ, ਲੇਕਿਨ ਠਰਕ ਜ਼ਰੂਰ ਜੜਦੇ ਆ। ਬੱਚੀ ਸ਼ਰੀਫ ਆਈ ਜਨਾਬ, ਸ਼ਰੀਫ ਔਰ ਨਫਸ ਬੱਚੀ ਹੈ, ਤੇ ਉਹਨੇ ਕੋਈ ਇਹਨਾਂ ਦੀ ਦਾਲ ਸ਼ਾਲ ਨਹੀਂ ਗਲਣ ਦਿੱਤੀ। ਹੁਣ ਜਦੋਂ ਕੋਈ ਚੌਥੇ ਪੰਜਵੇਂ ਦਿਨ ਕੇ ਹਫ਼ਤੇ ਬਾਅਦ ਇਹ ਗਿਰਿਆ ਨਾ, ਤੇ ਉੱਥੇ ਹੁਣ ਆਸਰਾ ਤੇ ਆਈ ਕੋਈ ਨਾ ਕਿ ਜਿਹੜਾ ਇਹਨਾਂ ਨੂੰ ਕੋਈ ਥੋੜਾ ਬਹੁਤ ਜਿਹੜਾ ਨੇ ਇਹਨਾਂ ਦੀ ਹੈਲਪ ਕਰਦਾ, ਜਾਂ ਕੋਈ ਵਕਤੀ ਤੌਰ ਤੇ ਇਹਨਾਂ ਦੀ ਮੈਡੀਸਨ ਜਾਂ ਕੋਈ ਵੀ ਇਸ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਹੋ ਜਾਂਦੀ ਉੱਥੇ। ਇਹ ਆਪ ਹੀ ਆਨ ਸਾਰੇ ਤੇ ਖਾਲੀ ਹੱਥ ਗਏ ਹੋਇਆ। ਅੱਛਾ, ਜਿਉਂ ਹੀ ਉਹਨਾਂ ਨੂੰ ਪਤਾ ਚੱਲਿਆ ਨਾ ਬਾਬੇ ਨੂੰ ਕਿ ਇਸ ਤਰ੍ਹਾਂ ਮੁੰਡਾ ਗਿਰ ਗਿਆ ਵੇ, ਬਾਬੇ ਨੇ ਜਲਦੀ ਨਾਲ ਬੱਚੀ ਨੂੰ ਆਵਾਜ਼ ਦਿੱਤੀ ਕਿ ਬੱਚੀ ਨੂੰ ਕਹਿੰਦਾ ਕਿ ਮੇਰੀ ਧੀ ਜਲਦੀ ਕਰ, ਦੁੱਧ ਗਰਮ ਕਰ, ਉਹਦੇ ਵਿੱਚ ਹਲਦੀ ਪਾ, ਇੱਕ ਅੰਡਾ ਸੱਟ, ਤੇ ਜਲਦੀ ਨਾਲ ਨੀਮ ਗਰਮ ਦੁੱਧ ਲੈ ਕੇ ਆ ਜਾ, ਸਾਡਾ ਇੱਕ ਪੁੱਤਰ ਡਹਿ ਗਿਆ ਵੇ। ਅੱਛਾ, ਜਦੋਂ ਬਾਬੇ ਦੇ ਇਹ ਅਲਫਾਜ਼, ਉਹ ਕਹਿ ਰਿਹਾ ਕਿ ਜਦੋਂ ਬਾਬੇ ਦੇ ਇਹ ਅਲਫਾਜ਼ ਮੇਰੇ ਕੰਨਾਂ ਤੇ ਪਏ ਨਾ, ਤੇ ਇੱਕ ਦਫਾ ਕਹਿੰਦਾ ਵੀ ਮੈਂ ਤੇ ਜ਼ਿੰਦਾ ਹੀ ਮਰ ਗਿਆ, ਕਿਉਂਕਿ ਉਹਦੀ ਸੋਚ ਫੇਰ ਗਈ। ਉਸ ਆਖਿਆ ਵੀ ਅਸੀਂ ਕਿਹੜੇ ਕੰਮੇ ਲੱਗੇ ਹੋਏ ਸੇ, ਅਸੀਂ ਇਹਨਾਂ ਦੇ ਬਾਰੇ ਕੀ ਸੋਚਦੇ ਸੇ, ਜਾਂ ਸਾਡੇ ਮਾਈਂਡ 'ਚ ਇਹਨਾਂ ਦੇ ਵਾਸਤੇ ਕੀ ਹੈ, ਔਰ ਇਹ ਸਾਡੇ ਵਾਸਤੇ ਕੀ ਨੇ। ਕੁੜੀ ਬਾਈ ਕੋਈ ਪਰਦਾ ਨਹੀਂ ਕੀਤਾ, ਕੋਈ ਕੁੜੀ ਨੇ ਉਹ ਦੀ ਗੱਲਾਂ ਨਹੀਂ ਰੱਖੀਆਂ ਕਿ ਇਹ ਉਹੀ ਲੋਕ ਹਨ ਜਿਹੜੇ ਮੇਰੇ ਤੇ ਠਰਕ ਜੜਦੇ ਹਨ ਜਾਂ ਮੈਨੂੰ ਜਿਹੜੇ ਹੁੱਕਾ ਮਾਰਦੇ ਸਨ। ਕੁੜੀ ਨੱਸਦੀ ਗਈ, ਉਹਨੇ ਦੁੱਧ ਗਰਮ ਕੀਤਾ, ਵਿੱਚ ਹਲਦੀ ਪਾਈ, ਅੰਡਾ ਪਾਇਆ, ਲੈ ਕੇ ਆ ਗਈ। ਤੇ ਉਹਨੇ ਜਿਸ ਤਰ੍ਹਾਂ ਜਿਹਨੇ ਮੇਰੇ ਅੱਗੇ ਪਿਆਲਾ ਕਿਤਾ ਨਾ ਭਾਈ ਐਲੋ, ਉਹਨੇ ਕਿਸੇ ਮੁੰਡੇ ਨੂੰ ਨਹੀਂ ਫੜਾਇਆ, ਨਾ ਹੀ ਉਹਨੇ ਆਪਣੇ ਉਸ ਬੁੱਢੇ ਪਿਓ ਨੂੰ ਫੜਾਇਆ। ਉਹਨੇ ਭਾਈ ਐਲੋ ਪੀ ਲਓ, ਇਨਸ਼ਾਅੱਲਾ ਤੁਸੀਂ ਠੀਕ ਹੋ ਜਾਓਗੇ। ਤੇ ਕਹਿੰਦਾ ਜਿਹਨੇ ਪਹਿਲੇ ਤਾਂ ਮੈਂ ਟਹਿ ਕੇ ਵੀ ਬਚਿਆ ਪਿਆ ਸਾਂ, ਲੇਕਿਨ ਜਦੋਂ ਕੁੜੀ ਨੇ ਇਹ ਅਲਫਾਜ਼ ਦੁਹਰਾਏ ਨੇ ਨਾ ਕਿ ਭਾਈ ਐਲੋ ਪੀ ਲਓ ਤੁਸੀਂ ਇਨਸ਼ਾਅੱਲਾ ਠੀਕ ਹੋ ਜਾਓਗੇ, ਤਾਂ ਮੈਂ ਉਦੋਂ ਇੱਕ ਦਫਾ ਮਰ ਗਿਆ। ਮਤਲਬ ਜ਼ਮੀਰ ਨੇ ਉਹਨੂੰ ਜੰਜੋੜਿਆ। ਉਹ ਸਕਿਆ ਕਿ ਮੈਂ ਕਿਹੜੇ ਕੰਮੇ ਲੱਗਾ ਸਾਂ, ਅਸੀਂ ਕਿਹੜੇ ਰਾਹ ਤੇ ਲੱਗੇ ਸਾਂ, ਔਰ ਸਾਡੇ ਇਸ ਮੁਸੀਬਤ ਦੇ ਵੇਲੇ ਕੰਮ ਆਉਣ ਵਾਲਾ ਕੌਣ ਹੈ ਔਰ ਕਿਸ ਤਰ੍ਹਾਂ ਕੰਮ ਆਇਆ। ਖੈਰ ਜਿਹਨੇ ਕਹਾਣੀ ਅੱਗੇ ਟੁਰ ਪਈ, ਕੁੜੀ ਸਾਨੂੰ ਦੁੱਧ ਪਿਵਾ ਕੇ ਚਲੀ ਗਈ। ਮੈਂ ਉਹ ਦੁੱਧ ਪੀਂਦਿਆਂ ਨਾਲ ਹੀ ਅੰਡਾ ਵੀ ਗਈ, ਹਲਦੀ ਵੀ ਗਈ, ਉਹ ਜਿਹੜੀਆਂ ਵਿੱਚ ਗੁੱਜੀਆਂ ਸੱਟਾਂ ਲੱਗੀਆਂ, ਥੋੜਾ ਜਿਹਾ ਮੈਨੂੰ ਅੱਛਾ ਫੀਲ ਹੋਇਆ, ਗਰਮੀ ਮਿਲੀ। ਹੁਣ ਜ਼ਾਹਰੀ ਗੱਲ ਹੈ ਪਹਾੜੀ ਦੇ ਉੱਤੇ ਕੋਈ ਨਾ ਤੇ ਗੱਡੀ ਜਾ ਸਕਦੀ ਹੈ, ਨਾ ਕੋਈ ਬਾਈਕ ਜਾ ਸਕਦੀ ਹੈ, ਨਾ ਹੀ ਕੋਈ ਇਸ ਤਰ੍ਹਾਂ ਦਾ ਹੋਰ ਕੋਈ ਸੀਨ ਹੈ। ਲੈਣਾ ਤੇ ਆਈ ਟੁਰ ਕੇ, ਔਰ ਚੁੱਕ ਕੇ ਵੀ ਨਹੀਂ ਸੀ ਲੈ ਸਕਦੇ ਸਾਰੇ ਹੁਣ, ਕਿ ਪਹਾੜੀ ਏਰੀਏ ਦੇ ਵਿੱਚ ਕਿਸੇ ਬੰਦੇ ਨੂੰ ਚੁੱਕ ਕੇ ਉਤਰਨਾ ਵੀ ਐਡਾ ਆਸਾਨ ਨਹੀਂ ਹੁੰਦਾ। ਅੱਛਾ, ਉਹ ਕਹਿੰਦਾ ਕਿ ਅਸੀਂ ਐਸਤਾ ਥੱਲੇ ਉਤਰਨਾ ਸ਼ੁਰੂ ਕਰ ਲਿਆ। ਮੇਰੇ ਜਿਹੜੇ ਜ਼ਿਹਨ ਦੇ ਵਿੱਚ ਇੱਕੋ ਹੀ ਗੱਲ ਜਿਹੜੀਆਂ ਨੇ ਬਾਰ-ਬਾਰ ਆ ਰਹੀ ਸੀ, ਬਾਰ-ਬਾਰ ਉਹੀ ਗੱਲ ਗਰਦਿਸ਼ ਕਰ ਰਹੀ ਹੈ। ਮੈਨੂੰ ਆਪਣੀ ਬਿਮਾਰੀ, ਆਪਣੀਆਂ ਸੱਟਾਂ, ਆਪਣੇ ਜ਼ਖਮ ਸਭ ਕੁਝ ਭੁੱਲੇ ਹੋਇਆ ਹੀ। ਮੇਰੇ ਦਿਲ ਦੇ ਵਿੱਚ ਬਾਰ-ਬਾਰ ਉਹੀ ਗੱਲ ਆ ਰਹੀ ਸੀ ਕਿ ਭਾਈ ਐਲੋ ਪੀ ਲਓ, ਇਨਸ਼ਾਅੱਲਾ ਤੁਸੀਂ ਜਲਦੀ ਠੀਕ ਹੋ ਜਾਓਗੇ। ਤੇ ਮੈਂ ਜਿਹੜੇ ਬਾਕੀਆਂ ਦਾ ਮੈਨੂੰ ਨਹੀਂ ਪਤਾ, ਉਹ ਆਦਨ ਜਿਹਨ ਲੱਗੇ ਉਹ ਹੀ ਜਾਣੇ। ਤੇ ਨਾਲੇ ਜਿਸ ਨੂੰ ਇੱਕ ਵਾਰੀ ਕੁਝ ਨਜ਼ਰ ਆ ਜਾਂਦਾ ਨਾ, ਉਹ ਫਿਰ ਸਿੱਧਾ ਵੀ ਹੋ ਜਾਂਦਾ। ਇਹ ਕੁਦਰਤ ਰੱਬ ਦੀ ਹੈ। ਮੇਰੇ ਜਿਹੜੇ ਜ਼ਹਿਨ ਬਾਰ-ਬਾਰ ਉਹ ਲੜਕੀ ਆਵੇ, ਉਦੋਂ ਫਿਕਰਾ ਆਵੇ। ਮੈਂ ਹੁਣ ਦਿਲ ਵਿੱਚ ਸੋਚ ਰਿਹਾ ਹਾਂ ਕਦੀ ਮੈਂ ਠੀਕ ਹੋਵਾਂ ਜਲਦੀ ਤੇ ਮੈਂ ਠੀਕ ਹੋ ਕੇ ਤੇ ਇੱਕ ਦਫਾ ਉਸ ਘਰ ਜਾਣਾ। ਜਣੇ ਮੇਰੇ ਠੀਕ ਹੋਣ ਤੇ ਵੀ ਕੋਈ ਮਹੀਨਾ ਕੋ ਲੱਗ ਗਿਆ, ਮੈਂ ਬੜਾ ਬੇਚੈਨ। ਤੇ ਇਤਨਾ ਮੈਂ ਪ੍ਰੋਪਰ ਮਹੀਨੇ 'ਚ ਵੀ ਠੀਕ ਕੋਈ ਨਾ ਹੋਇਆ ਕਿ ਮੈਂ ਪਹਾੜਾਂ ਦੇ ਉੱਤੇ ਚੜਨ ਜੋਗਾ ਤੇ ਨੱਸਣ ਭੱਜਣ ਜੋਗਾ। ਲੇਕਿਨ ਮੈਂ ਹਿੰਮਤ ਕਰ ਲਈ, ਮੈਂ ਨਾਲ ਵਾਲਿਆਂ ਬੇਲੀਆਂ ਨੂੰ ਦੱਸਿਆ ਕਿ ਮੈਂ ਜਾਣਾ ਕਿਸੇ ਪਾਸੇ, ਤੇ ਤੁਸੀਂ ਮੈਨੂੰ ਫਲਾਂ ਜਗ੍ਹਾ ਤੇ ਛੋੜੋ। ਉਹਨਾਂ ਨੇ ਕਿਹਾ ਯਾਰ ਉਧਰ ਤੇ ਅਸਾਂ ਵੀ ਜਾਸਾਂ। ਤੇ ਉਹ ਉਹਨਾਂ ਦੇ ਜ਼ਹਿਨ ਵਿੱਚ ਤੇ ਹੋਰ ਗੱਲ ਆਈ, ਉਹ ਇਹਨੂੰ ਹੁੱਕਾ ਮਾਰ ਰਹੇ ਨੇ ਬੇਲੀ ਨੂੰ ਕਿ ਤੂੰ ਬੇਗੈਰਤੀ ਕਰ ਰਿਹਾ ਮੈਂ, ਤੂੰ ਇਹ ਹੈ ਤੇ ਤੂੰ ਸੈਟਿੰਗ ਕਰ ਲਈ ਹੈ ਤੇ ਤੇਰਾ ਦਾਗਾ ਫਿੱਟ ਹੋ ਗਿਆ ਹੈ। ਜਿਸ ਤਰ੍ਹਾਂ ਮੁੰਡਿਆਂ ਨੂੰ ਗੱਲਾਂ ਕਰਦੇ।
ਉਹ ਬੜਾ ਗੁੱਸੇ ਹੋਇਆ ਉਹਨਾਂ ਨਾਲ, ਉਹ ਬਕਵਾਸ ਬੰਦ ਕਰੋ, ਐਸੀ ਕੋਈ ਗੱਲ ਨਹੀਂ ਹੈ। ਤੇ ਨੈਕਸਟ ਇਹੋ ਜਿਹੇ ਅਲਫਾਜ਼ ਉਸ ਕੁੜੀ ਦੇ ਖਿਲਾਫ ਨਹੀਂ ਬਿਆਨ ਕਰਨਾ। ਲੜਕਿਆਂ ਨੇ ਫਿਰ ਉਹਦਾ ਮਜ਼ਾਕ ਮਜ਼ੂਕ ਉਡਾਇਆ, ਯਾਰ ਇਹ ਵੇਖ ਲਓ ਤੇ ਇਹ ਆਪਣਾ ਫਿੱਟ ਕਰਕੇ ਤੇ ਸਾਨੂੰ ਹੁਣ ਪਿੱਛੇ ਕਹਿੰਦਾ ਵੀ ਤੁਸਾਂ ਜਿਹੜਾ ਨਾ ਇਹਦੀ ਗੱਲ ਨਹੀਂ ਕਰਨੀ। ਖੈਰ ਉਹਨੇ ਲੜਕਿਆਂ ਨੂੰ ਚੰਗਾ ਜਨਾਬ ਗੁੱਸੇ ਨਾਲ ਵਸੀਲਿਆ ਅੰਦਾਜ਼ ਵਿੱਚ ਆਖਿਆ ਕਿ ਉਹ ਮੇਰੀ ਭੈਣ ਹੈ। ਉਹਨਾਂ ਨੇ ਫਿਰ ਅੱਗੋਂ ਉੱਕਾਂ ਮਾਰੀਆਂ ਜੀ, 7 ਚੂਹੇ ਖਾ ਕੇ ਬਿੱਲੀ ਅੱਜ ਤੇ ਚੱਲੀ, ਸਭ ਤੋਂ ਜ਼ਿਆਦਾ ਤਾਂ ਤੂੰ ਹੀ ਠਰਕੀਆਂ ਤੇ ਤੂੰ ਹੀ ਸਭ ਤੋਂ ਪਹਿਲੇ ਇਹ ਤੇ ਹੋ ਸਕਿਆ, ਜਿਹੜਾ ਹੋ ਗਿਆ ਸੋ ਹੋ ਗਿਆ, ਮੇਰੇ ਕੋਲੋਂ ਭੁੱਲ ਹੋ ਗਈ। ਉਹਨੇ ਸੱਚੇ ਦਿਲ ਨਾਲ ਉੱਤਾ ਮੂੰਹ ਕੀਤਾ, ਹੱਥ ਜੋੜੇ, ਰੱਬ ਸਾਈਂ ਕੋਲੋਂ ਮਾਫੀ ਮੰਗੀ, ਅਥਰੂ ਦੇ ਜਨਾਬ ਲਈ ਲੈਣਾ ਲੱਗ ਗਈ। ਉਸ ਟਾਈਮ ਮੁੰਡੇ ਜਿਹੜਿਆਂ ਨੂੰ ਪਰੇਸ਼ਾਨ ਹੋ ਗਏ, ਯਾਰ ਇਹ ਤਾਂ ਵਾਕਈ ਕੋਈ ਇਹਦੇ ਅੰਦਰ ਦਾ ਤਾਂ ਕੋਈ ਜਾਗ ਗਿਆ ਇਨਸਾਨ। ਤੇ ਉਹਨੇ ਕਿਹਾ ਤੂੰ ਹੁਣ ਕਿਉਂ ਜਾਣਾ? ਉਹ ਕਹਿੰਦਾ ਬਸ ਤੁਸੀਂ ਜਿਹੜਾ ਮੈਂ ਕਿਹਾ ਮੈਨੂੰ ਛੱਡੋ ਉੱਥੇ, ਬਸ ਜਿਵੇਂ ਵੀ ਲੈ ਚੱਲੋ ਮੈਨੂੰ। ਇੱਕ ਮੁੰਡਾ ਵਿੱਚ ਕੋਈ ਹੋਰ ਅੱਛਾ ਹੀ, ਜ਼ਾਹਰੀ ਗੱਲ ਹੈ ਦੋਸਤਾਂ ਦਾ ਦੋਸਤਾਂ ਨੂੰ ਪਤਾ ਹੁੰਦਾ, ਉਸ ਮੁੰਡੇ ਨੂੰ ਵੀ ਉਸ ਨਾਲ ਲੈ ਲਿਆ, ਚੱਲ ਬਈ ਜਿਗਰ ਮੈਨੂੰ ਤੂੰ ਲੈ ਕੇ ਉਸ ਘਰ ਜਾ। ਉਹਨਾਂ ਰਾਸਤੇ ਦੇ ਵਿੱਚੋਂ ਕੋਈ ਮਾਰਕੀਟ ਚੋਂ ਕੱਪੜੇ ਵਗੈਰਾ, ਕੋਈ ਮਤਲਬ ਜਿਹੜਾ ਬੱਚੀਆਂ ਦੇ ਕੰਮ ਦੀਆਂ ਚੀਜ਼ਾਂ ਆਉਂਦੀਆਂ ਨੇ ਕਾਫੀ ਸਾਰੀਆਂ, ਨਾ ਗਿਫਟ ਪੈਕ ਜਿਹਾ ਬਣਵਾ ਲਿਆ ਤੇ ਉਹ ਲੈ ਕੇ ਚਲੇ ਗਏ। ਹੋਰ ਵੀ ਜਿਹੜੀ ਕੋਈ ਛੋਟੀ ਮੋਟੀ ਜ਼ਰੂਰਤ ਦੀਆਂ ਚੀਜ਼ਾਂ ਉਹ ਉਹਨਾਂ ਪੈਕ ਕਰਵਾਈਆਂ ਤੇ ਉਹ ਲੈ ਕੇ ਚੜ ਗਏ ਉੱਤੇ। ਅੱਛਾ ਜਿਉਂ ਹੀ ਗਏ ਨੇ ਤੇ ਬਾਬਾ ਜੀ ਘਰ ਨਹੀਂ ਸਨ, ਕੁੜੀ ਇਕੱਲੀ। ਕੁੜੀ ਕਹਿੰਦੀ ਭਾਈ ਤੁਸੀਂ ਅੱਗੇ ਆ ਜਾਓ, ਕੋਈ ਮਸਲਾ ਨਹੀਂ, ਅੱਬੂ ਤੇ ਮੇਰੇ ਨਹੀਂ ਹਨ, ਉੱਤੇ ਗਏ ਨੇ ਕਿਧਰੇ ਕੰਮ ਗਏ ਨੇ। ਉਹਨੇ ਕਿਹਾ ਨਹੀਂ ਮੇਰੀ ਭੈਣ, ਅਸੀਂ ਇੰਜ ਨਹੀਂ ਆਣਾ। ਉਹ ਕਹੇ ਭਾਈ ਤੁਸੀਂ ਆ ਜਾਓ, ਮੈਨੂੰ ਕੋਈ ਨਹੀਂ, ਮੇਰੇ ਤੁਸੀਂ ਦੀਨ ਦੁਨੀਆ ਦੇ ਭਾਈ ਹੋ, ਅੱਗੇ ਵੀ ਭਾਈ ਸੋ, ਹੁਣ ਵੀ ਭਾਈ ਹੋ, ਤੁਸਾਂ ਭਾਵੇਂ ਜੋ ਮਰਜ਼ੀ ਕਰਦੇ ਰਹੋ। ਕੁੜੀ ਦੇ ਅਲਫਾਜ਼ ਨੇ, ਤੁਸਾਂ ਜੋ ਮਰਜ਼ੀ ਕਰਦੇ ਰਹੋ, ਮੈਂ ਤੁਹਾਨੂੰ ਦਿਲੋਂ ਭਾਈ ਮੰਨਿਆ ਹੋਇਆ। ਉਸ ਟਾਈਮ ਜਿਹੜੇ ਮੈਂ ਹਿੰਮਤ ਕੀਤੀ ਬਈ ਉੱਠ ਕੇ ਚਲਾ ਜਾਵਾਂ, ਲੇਕਿਨ ਮੇਰਾ ਦਿਲ ਕਰ ਰਿਹਾ ਸੀ ਮੈਂ ਕੁੜੀ ਨੂੰ ਜੱਫਾ ਪਾ ਕੇ ਤੇ ਫੁੱਟ ਫੁੱਟ ਕੇ ਰੋਵਾਂ। ਮਤਲਬ ਉਹਦੇ ਅੰਦਰ ਦਾ ਇਨਸਾਨ ਇਸ ਤਰ੍ਹਾਂ ਜਾਗਿਆ ਕਿ ਉਹਨੂੰ ਉਹ ਸੱਕੀ ਭੈਣ ਮੰਨ ਰਿਹਾ ਸੀ। ਤੇ ਉਹ ਫਿਰ ਕੁੜੀ ਵੀ ਉਹਨੂੰ ਦੀ ਖਿਦਮਤ ਕੀਤੀ ਥੋੜੀ ਬਹੁਤ ਜਿਹੜੀ ਵੀ। ਉਹਨੇ ਦੱਸਿਆ ਬਈ ਬਾਜੀ ਹੈ ਤੁਹਾਡੇ ਵਾਸਤੇ ਅਸਾਂ ਕੋਈ ਅੱਗੋਂ ਈਦ ਆਉਣ ਵਾਲੀ, ਈਦ ਨਜ਼ਦੀਕ ਆਈ ਗਾਲਬਨ ਕੋਈ 25 ਦਿਨ ਬਾਅਦ ਜਾਂ ਡੇਢ ਗਾਲਬਨ ਈਦ ਨਜ਼ਦੀਕ ਸੀ, ਅੱਗੋਂ ਕੋਈ ਮਹੀਨਾ ਡੇਢ ਈਦ ਦੇ ਵਿੱਚੋਂ ਰਹਿੰਦਾ ਸੀ, ਹਾਲੇ ਰਮਜ਼ਾਨ ਨਹੀਂ ਸੀ ਸ਼ੁਰੂ ਹੋਇਆ। ਉਹਨਾਂ ਨੂੰ ਪਤਾ ਬਸ ਤੇ ਈਦ ਤੋਂ ਪਹਿਲੇ ਜਿਹੜਾ ਨਾ ਰਮਜ਼ਾਨ ਸ਼ੁਰੂ ਹੋਣ ਤੋਂ ਪਹਿਲੇ ਹੀ ਥੱਲੇ ਚਲੇ ਜਾਣਾ। ਤੇ ਉਹਨਾਂ ਇਹ ਬਹਾਨਾ ਲਾਇਆ, ਬਹਾਨਾ ਕੀ ਹਕੀਕਤ ਹੀ ਉਹਨਾਂ ਕਹੀ ਅਸੀਂ ਤੁਹਾਡੇ ਵਾਸਤੇ ਈਦੀ ਲੈ ਕੇ ਆਇਆ। ਕੁੜੀ ਨੇ ਕਿਹਾ ਠੀਕ ਹੈ ਜੀ ਕੋਈ ਮਸਲਾ ਨਹੀਂ, ਤੁਸੀਂ ਬਹੁ ਮੈਂ ਤੁਹਾਡੇ ਵਾਸਤੇ ਕੁਝ ਲੈ ਕੇ ਆਨੀ। ਉਹਨੇ ਕਿਹਾ ਨਹੀਂ ਮੇਰੀ ਭੈਣ ਤੂੰ ਕੁਝ ਵੀ ਨਾ ਲੈ ਕੇ ਆ, ਤੇ ਅਸਾਂ ਬਾਬਾ ਜੀ ਕੋਲੋਂ ਮਾਫੀ ਮੰਗਣੀ ਹੈ। ਕੁੜੀ ਕਹਿੰਦੀ ਕਿਸ ਚੀਜ਼ ਦੀ ਮਾਫੀ ਮੰਗਣੀ ਹੈ? ਉਹਨੇ ਦੱਸਿਆ ਵੀ ਅਸੀਂ ਇਸ ਤਰ੍ਹਾਂ ਜਿਹੜਾ ਨਾ ਸਾਡੀ ਨੀਅਤ ਖਰਾਬ ਹੋਈ ਤੇ ਅਸੀਂ ਇੱਥੇ ਹੀ ਠਰਕ ਜੜਦੇ ਰਹੇ ਤੇ ਸਾਨੂੰ ਔਖੇ ਵੇਲੇ ਅਗਰ ਕੰਮ ਆਇਓ ਤੇ ਤੁਸੀਂ ਆਇਓ ਤੇ ਅਸੀਂ ਕੀ ਸੋਚਦੇ ਰਹੇ ਤੇ ਤੁਸੀਂ ਕੀ ਨਿਕਲੇ ਹੋ। ਉਹਨੇ ਕਿਹਾ ਤੁਸੀਂ ਮੇਰੇ ਵੀਰ ਹੋ, ਮੇਰੇ ਭਾਈ ਹੋ, ਤੇ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਹੈ। ਇੱਥੇ ਲੱਖਾਂ ਆਉਂਦੇ ਲੱਖਾਂ ਜਾਂਦੇ ਤੇ ਜਗ੍ਹਾ ਹੀ ਇਸ ਤਰ੍ਹਾਂ ਦੀ ਹੈ ਤੇ ਕੋਈ ਟੈਨਸ਼ਨ ਨਹੀਂ ਲੈਣੀ। ਲਓ ਜੀ ਮੁੰਡੇ ਨੇ ਉਸ ਕੁੜੀ ਨਾਲ ਵਾਅਦਾ ਕੀਤਾ ਬਈ ਤੂੰ ਮੇਰੀ ਦੀਨ ਦੁਨੀਆ ਦੀ ਭੈਣ ਹੈ, ਔਰ ਜਦੋਂ ਤੇਰੀ ਸ਼ਾਦੀ ਹੋਏਗੀ ਤੁਸੀਂ ਮੈਨੂੰ ਲਾਜ਼ਮੀ ਦੱਸਣਾ, ਮੈਂ ਤੇਰੀ ਸ਼ਾਦੀ ਦੇ ਵਿੱਚ ਵੀ ਸ਼ਿਰਕਤ ਕਰਾਂਗਾ ਔਰ ਮੈਂ ਤੁਹਾਨੂੰ ਗਾਏ ਬਗਾਏ ਮਿਲਦਾ ਵੀ ਰਵਾਂਗਾ, ਚਾਹੇ ਮੈਨੂੰ ਸਪੈਸ਼ਲ ਗਾਣਾ ਪਵੇ। ਇਸੇ ਤਰ੍ਹਾਂ ਮੈਂ ਆਵਾਂਗਾ ਜਿਸ ਤਰ੍ਹਾਂ ਸਕੀਆਂ ਭੈਣਾਂ ਵੱਲ ਪਿਰਾ ਜਾਂਦੇ ਨੇ। ਮੁੰਡੇ ਨੇ ਬਾਈ ਤੋੜਨ ਦੀ ਬਾਈ, ਮੁੰਡਾ ਲਾਹੌਰ ਤੇ ਰਹਿਣ ਵਾਲਾ ਹੀ, ਮਾਸ਼ਾਅੱਲਾ ਅੱਛੀ ਫੈਮਿਲੀ ਨਾਲ ਤਲਕ ਰੱਖਦਾ ਹੀ। ਅੱਛਾ ਉਹਨਾਂ ਨੇ ਕਿਧਰੇ ਕਾਲ ਸ਼ਾਲ ਕੀਤੀ ਹੈ ਕਿ ਇਸ ਤਰ੍ਹਾਂ ਕੁੜੀ ਦੀ ਜਿਹੜੀ ਨਾ ਸ਼ਾਦੀ ਤੈਅ ਹੋ ਗਈ ਤੇ ਅਸਾਂ ਤੁਹਾਡੀ ਜ਼ਿੱਦ ਤੇ ਅਸਾਂ ਦੱਸਣਾ ਬਿਹਤਰ ਸਮਝਿਆ ਫਲਾਂ ਟਾਈਮ ਦੀ ਸ਼ਾਦੀ। ਮੁੰਡੇ ਨੂੰ ਜਦੋਂ ਕਾਲ ਆਈ ਨਾ ਉਹਦੀ ਸ਼ਾਦੀ ਦੀ ਕੁੜੀ ਦੀ, ਤੇ ਮੁੰਡੇ ਨੇ ਫਿਰ ਪਤਾ ਕੀ ਕੀਤਾ, ਮੁੰਡੇ ਨੇ ਪੂਰਾ ਟਰੱਕ ਭਰਿਆ ਸਮਾਨ ਦਾ, ਔਰ ਉਹ ਵੀ ਲਾਹੌਰ ਸਟਾਈਲ ਦਾ ਸਮਾਨ, ਮਤਲਬ ਜਿਸ ਤਰ੍ਹਾਂ ਜਿਸ ਇਲਾਕੇ 'ਚ ਰਹਿੰਦੇ ਉਸ ਸਟੈਂਡਰਡ ਦਾ ਸਮਾਨ ਲਿਆ। ਹੁਣ ਪਹਾੜਾਂ 'ਤੇ ਰਹਿਣ ਵਾਲੇ ਲੋਕ ਠੀਕ ਉਹ ਵੀ ਸਮਾਨ ਦਿੰਦੇ ਉਸ, ਲੇਕਿਨ ਉਹਦੀ ਇਤਨਾ ਮੇਰਾ ਖਿਆਲ ਹੈ ਜਾਇਜ਼ ਵਾਲਾ ਕੋਈ ਸਿਸਟਮ ਨਹੀਂ ਹੈ ਜ਼ਿਆਦਾ। ਤੇ ਉਹ ਬਈ ਟਰੱਕ ਭਰ ਕੇ ਲੈ ਗਿਆ। ਉਹਨੇ ਫਿਰ ਉੱਥੇ ਅੱਗੇ ਕੋਈ ਮਜ਼ਦੂਰ ਹਾਇਰ ਕੀਤੇ, ਉਹਨੇ ਕਿਹਾ ਜੀ ਇਹ ਸਮਾਨ ਉੱਤੇ ਚੜਾਣਾ ਵੇ, ਲੇਕਿਨ ਉਹਨਾਂ ਕੋਲ ਤੇ ਰਿਵਾਜ ਨਹੀਂ। ਫਿਰ ਇਹਨੇ ਲੜਕੇ ਨੇ ਪੁੱਛਿਆ ਵੀ ਤੁਸਾਂ ਇਹ ਕੀ ਕਿੱਧਰ ਸ਼ਾਦੀ ਕਰਨੀ, ਕੀ ਸੀਨ ਹੈ? ਮੈਂ ਤੁਹਾਡੇ ਸਸੁਰਾਲ ਹੀ ਜਿਹੜਾ ਨਾ ਹੈ ਸਮਾਨ ਰਖਵਾ ਦੇਣਾ। ਫਿਰ ਉਹਨਾਂ ਕਿਹਾ ਨਹੀਂ ਇਸ ਤਰ੍ਹਾਂ ਨਾ ਕਰੋ, ਫਿਰ ਟਰੱਕ ਨੂੰ ਇੱਕ ਰਾਤ ਖੜਾ ਰਹਿਣ ਦਿਓ ਤੇ ਅਸੀਂ ਉਹਨਾਂ ਨੂੰ ਅਗਾਹੀ ਦਿੰਦੇ ਹਾਂ ਕਿ ਅਸੀਂ ਫਲਾਣੇ ਦਿਨ ਜਿਹੜਾ ਨਾ ਸਮਾਨ ਰੱਖਾਂਗੇ ਤੇ ਉਹ ਨਜ਼ਦੀਕ ਵਾਲੀਆਂ ਜਿਹੜੀਆਂ ਕੁੜੀਆਂ ਨੇ ਉਹ ਸਾਰੀਆਂ ਵੇਖਣ ਦੀਆਂ। ਉਹਨਾਂ ਨੇ ਬਈ ਸਾਰਿਆਂ ਨੂੰ ਅਗਾਹੀ ਦਿੱਤੀ, ਸਮਾਨ ਉਹਨੇ ਮੁੰਡੇ ਨੇ ਅਪੜਾਇਆ ਰਖਵਾਇਆ ਤੇ ਫਿਰ ਕੁੜੀ ਉਹਨੂੰ ਜੱਫਾ ਪਾ ਕੇ ਤੇ ਫੁੱਟ ਫੁੱਟ ਕੇ ਰੋਈ ਹੈ। ਮਤਲਬ ਸ਼ਾਦੀ ਤੋਂ ਪਹਿਲੇ ਹੀ ਚਲਾ ਗਿਆ ਸੀ ਨਾ, ਤੇ ਉਹਨੇ ਕੁੜੀ ਨੂੰ ਵੀ ਸਮਝ ਲੱਗ ਗਈ ਕਿ ਇਹ ਤਾਂ ਵਾਕਈ ਮੇਰਾ ਦੀਨ ਦੁਨੀਆ ਦਾ ਭਾਈ ਬਣ ਗਿਆ। ਔਰ ਉਦੋਂ ਲੜਕਾ ਵੀ ਬੜਾ ਫੁੱਟ ਫੁੱਟ ਕੇ ਰੋਇਆ, ਉਹਨੇ ਵੀ ਲਹੂ ਦੀਆਂ ਅੰਜੂ ਸਟੀਆਂ ਨੇ। ਮਤਲਬ ਉਹਦੇ ਅੰਦਰ ਇੱਕ ਵੇਖੋ ਨਾ, ਇਹ ਅੱਲਾਹ ਤਾਲਾ ਦੀ ਕੁਦਰਤ ਹੁੰਦੀ ਕਿ ਜਦੋਂ ਇਨਸਾਨ ਦੀ ਇਨਸਾਨੀਅਤ ਜਾਗ ਜਾਵੇ, ਜਗਾਉਣ ਵਾਲੀ ਜ਼ਾਤ ਤੇ ਉੱਤੇ ਬੈਠੀ ਹੈ, ਸਾਡੇ ਵਾਸਤੇ ਕੁਝ ਵੀ ਨਹੀਂ ਹੈ। ਅਸੀਂ ਸ਼ੈਤਾਨ ਦੇ ਆਖੇ ਲੱਗਦੇ ਹਾਂ, ਲੇਕਿਨ ਜਦੋਂ ਵਾਹਦਾ ਉਲਾ ਸ਼ਰੀਕ ਚਾਹਵੇ ਨਾ
ਤੇ ਕਿਦੋਂ ਦੇ ਸ਼ੈਤਾਨ ਤੇ ਕਿਦੋਂ ਦੀਆਂ ਸ਼ੈਤਾਨੀਆਂ ਤੇ ਕਿਦੋਂ ਦੇ ਜਿਹੜੇ ਸਾਰੀਆਂ ਸ਼ੈਤਾਨੀਆਂ ਸਭ ਕੁਝ ਖਤਮ ਹੋ ਜਾਂਦਾ, ਮੁਖਲਿਸਪਨ ਆ ਜਾਂਦਾ ਹੈ। ਔਰ ਇਸੇ ਤਰ੍ਹਾਂ ਫਿਰ ਬਾਅਦ ਚ ਮੁੰਡਾ ਦੱਸਦਾ ਹੁੰਦਾ ਸੀ ਕਿ ਮੈਂ ਬਾਅਦ ਚ ਵੀ ਜਾਣਾ ਤੇ ਮੈਂ ਉਹਨੂੰ ਭੈਣਾਂ ਤਰ੍ਹਾਂ ਹੀ ਟਰੀਟ ਕਰਦਾ, ਜਿਸ ਤਰ੍ਹਾਂ ਭੈਣਾਂ ਦੇ ਘਰ ਜਾਈਦਾ ਉਸੇ ਤਰ੍ਹਾਂ ਮੈਂ ਜਾਣਾ। ਇਹ ਹਕੀਕਤ ਦੱਸਣ ਦਾ ਮਕਸਦ ਇਹ ਵੇ ਕਿ ਹਰ ਜਗ੍ਹਾ ਤੇ ਜ਼ਹਿਨ ਦੇ ਵਿੱਚ ਸ਼ੈਤਾਨੀਅਤ ਲੈ ਆਉਣੀ, ਹਰ ਜਗ੍ਹਾ ਤੇ ਆਪਣੇ ਆਪ ਨੂੰ ਨਾਪਾਕ ਕਰ ਲੈਣਾ, ਮਤਲਬ ਆਪਣੀਆਂ ਅੱਖਾਂ ਨੂੰ ਨਾਪਾਕ ਕਰ ਲੈਣਾ, ਆਪਣੇ ਲਹਿਜੇ ਨੂੰ ਨਾਪਾਕ ਕਰ ਲੈਣਾ, ਆਪਣੇ ਦਿਲ ਨੂੰ ਨਾਪਾਕ ਕਰ ਲੈਣਾ, ਉਹ ਅੱਛਾ ਨਹੀਂ ਹੁੰਦਾ। ਕਿੱਥੇ ਕਿੱਥੇ ਮੁਖਲਿਸ ਵੀ ਰਹਿਣਾ ਚਾਹੀਦਾ ਇਨਸਾਨ ਨੂੰ। ਤੇ ਬਾਕੀ ਉਸ ਭਾਈ ਮੇਰੇ ਨੇ, ਅਸਲਾਨ ਨਾਂ ਉਹਦਾ, ਇਹ ਵੀ ਮੈਂ ਤੁਹਾਨੂੰ ਦੱਸ ਹੀ ਦੇਣਾ, ਉਹਨੇ ਵੀ ਮੁਖਲਿਸ ਹੋਣ ਦੀ ਅਖੀਰ ਕਰ ਦਿੱਤੀ ਕਿ ਉਹ ਕਹਿੰਦੇ ਕਿ ਸੁਬਹ ਦਾ ਬੁਲਿਆ ਸ਼ਾਮ ਨੂੰ ਘਰ ਆ ਜਾਵੇ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਸੋਹਣੇ ਰੱਬ ਦੇ ਹਵਾਲੇ ਜੀ, ਮਿਲਦੇ ਆ ਨੈਕਸਟ ਵੀਡੀਓ 'ਚ।